ਸਤਿ ਸ਼੍ਰੀ ਅਕਾਲ। ਲੋਕਰਾਣਾ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਸਿਆਸੀ ਮਾਹਿਰ ਡਾਕਟਰ ਭੀਮਿੰਦਰ ਸਿੰਘ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਲੋਕਰਾਣਾ ਤੇ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਭੰਗੂ ਸਾਹਿਬ ਜੀ। ਦੋਸਤੋ, ਕੇਂਦਰ ਦੇ ਵਿੱਚ ਬੈਠੀ ਹਕੂਮਤ ਨੂੰ ਇਹ ਲੱਗਦਾ ਕਿ ਸਾਰੇ ਦੇਸ਼ ਦੇ ਉੱਤੇ ਸਾਡੀ ਸੱਤਾ, ਅਸੀਂ ਦੇਸ਼ ਦੇ ਵਿੱਚ ਜੋ ਕਾਨੂੰਨ ਚਾਹਾਂਗੇ ਉਹ ਕਾਨੂੰਨ ਅਸੀਂ ਲਾਗੂ ਕਰ ਦਾਂਗੇ, ਭਾਵੇਂ ਦੇਸ਼ ਵਿਆਪੀ ਉਸ ਕਾਨੂੰਨ ਦਾ ਵਿਰੋਧ ਹੋਵੇ। ਬੀਜੇਪੀ ਸਰਕਾਰ ਜਦੋਂ ਤੋਂ ਸੱਤਾ ਦੇ ਵਿੱਚ ਆਈ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਲੋਕ ਵਿਰੋਧੀ ਕਾਨੂੰਨ ਪਾਸ ਕਰਦੀ ਰਹੀ ਹੈ ਤੇ ਬੀਜੇਪੀ ਸਰਕਾਰ ਦੇ ਖਿਲਾਫ ਸਮੇਂ-ਸਮੇਂ ਤੇ ਸੰਘਰਸ਼ ਉੱਠਦੇ ਵੀ ਰਹੇ ਨੇ, ਕਿਉਂਕਿ ਕਿਸੇ ਨਾਲ ਸਲਾਹ ਮਸ਼ਵਰਾ ਤਾਂ ਕਰਨਾ ਨਹੀਂ। ਲੋਕ ਸਭਾ ਦੇ ਵਿੱਚ ਆਪਣੀ ਬਹੁਮਤ ਹੈ ਤੇ ਰਾਜ ਸਭਾ ਦੇ ਵਿੱਚ ਅਸੀਂ ਧੱਕੇ ਨਾਲ ਉਹ ਕਾਨੂੰਨ ਪਾਸ ਕਰਵਾ ਲੈਣਾ। ਹੁਣ ਪੰਜਾਬ ਦੇ ਉੱਤੇ ਇੱਕ ਹੋਰ ਹਮਲਾ ਕੀਤਾ ਕੇਂਦਰ ਨੇ। ਲਗਾਤਾਰ ਪੰਜਾਬ ਇਸ ਗੱਲ ਦੀ ਲੜਾਈ ਲੜਦਾ ਆ ਰਿਹਾ ਦਹਾਕਿਆਂ ਤੋਂ ਕਿ ਚੰਡੀਗੜ੍ਹ ਦੇ ਉੱਤੇ ਤੇ ਪੰਜਾਬੀ ਬੋਲਦੇ ਇਲਾਕਿਆਂ ਦੇ ਉੱਤੇ ਪੰਜਾਬ ਦੇ ਇਹ ਹਿੱਸੇ ਨੇ ਤੇ ਪੰਜਾਬ ਦੇ ਇਹ ਰਾਜ ਨੇ। ਰਾਜ ਤੋਂ ਭਾਵ ਕਿ ਸਾਡੇ ਇਹ ਹਿੱਸੇ ਨੇ, ਪਰ ਕੇਂਦਰ ਸਰਕਾਰ ਲਗਾਤਾਰ ਪੰਜਾਬ ਤੋਂ ਦੂਰ ਕਰਨ ਤੇ ਲੱਗਿਆ ਹੋਇਆ ਪੰਜਾਬੀ ਬੋਲਦੇ ਇਲਾਕੇ ਤੇ ਖਾਸ ਕਰ ਚੰਡੀਗੜ੍ਹ। ਹੁਣ ਚੰਡੀਗੜ੍ਹ ਦੇ ਉੱਤੇ ਇੱਕ ਵੱਡਾ ਹਮਲਾ ਕੀਤਾ ਕੇਂਦਰ ਨੇ, ਪੰਜਾਬ ਨਾਲੋਂ ਅਲੱਗ ਕਰਤਾ। ਅਲੱਗ ਤਾਂ ਭਾਵੇਂ ਪਹਿਲਾਂ ਵੀ ਸੀ, ਪਰ ਹੁਣ ਜੋ ਰੂਲ ਹੋਊਗਾ ਉਹ ਰੂਲ ਹੋਊਗਾ ਕੇਂਦਰ ਸਰਕਾਰ ਦਾ। ਨਰਿੰਦਰ ਮੋਦੀ, ਅਮਿਤ ਸ਼ਾਹ ਦਾ ਤਗੜਾ ਹਮਲਾ ਬੋਲਿਆ ਪੰਜਾਬ ਦੇ ਉੱਤੇ ਤੇ ਇਹ ਦੁਖਦਾਇਕ ਵੀ ਹੈ ਤੇ ਚਿੰਤਾਜਨਕ ਵੀ ਹੈ। ਇਸੇ ਮਾਮਲੇ ਤੇ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਨਾਲ ਅਸੀਂ। ਡਾਕਟਰ ਸਾਹਿਬ, ਜਿਵੇਂ ਮੈਂ ਜ਼ਿਕਰ ਕੀਤਾ, ਇੱਕ ਤਗੜਾ ਹਮਲਾ ਹੋਰ ਪੰਜਾਬ ਤੇ ਕੀਤਾ ਬੀਜੇਪੀ ਸਰਕਾਰ ਨੇ। ਜੀ, ਇਹਦੇ 'ਚ ਕੋਈ ਦੋ ਰਾਵਾਂ ਨਹੀਂ, ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ ਔਰ ਬਿਲਕੁਲ ਦਰੁਸਤ ਗੱਲਾਂ ਨੇ। ਔਰ ਜਦੋਂ ਅਸੀਂ ਦੇਖਦੇ ਹਾਂ ਕਿ ਪਿਛਲੇ 8 ਸਾਲਾਂ ਤੋਂ ਜਦੋਂ ਤੋਂ ਮੋਦੀ ਸਰਕਾਰ ਸੱਤਾ 'ਚ ਆਈ ਹੈ, ਦਿੱਲੀ ਦੀ ਸੈਂਟਰ ਸਰਕਾਰ, ਔਰ ਉਸ ਦੌਰਾਨ 8 ਸਾਲਾਂ ਦੇ ਵਿੱਚ ਜਦੋਂ ਅਸੀਂ ਸਾਰੀ ਨਜ਼ਰ ਮਾਰਦੇ ਹਾਂ ਤਾਂ ਕੋਈ ਐਸਾ ਕਾਨੂੰਨ ਨਹੀਂ ਹੈ ਜਿਹੜਾ ਪੰਜਾਬ ਦੇ ਪੱਖ ਵਿੱਚ ਇਹਨਾਂ ਨੇ ਲਿਆਂਦਾ ਹੋਵੇ, ਪੰਜਾਬ ਦੇ ਲੋਕਾਂ ਦੇ ਪੱਖ ਦੇ ਵਿੱਚ ਲਿਆਂਦਾ ਹੋਵੇ। ਤੁਸੀਂ 3 ਖੇਤੀ ਤੇ ਜਿਹੜੇ ਕਾਲੇ ਕਾਨੂੰਨ ਇਹ ਲਿਆਂਦੇ ਗਏ, ਉਹ ਵੀ ਪੰਜਾਬ ਦੀ ਕਿਸਾਨੀ ਨੂੰ ਖਤਮ ਕਰਨ ਦੇ ਲਈ, ਜਿਹੜੇ ਸੀਗੇ ਕਿਸਾਨੀ ਨੂੰ ਖਤਮ ਕਰਨ ਦੇ ਲਈ, ਔਰ ਖ਼ਾਸ ਤੌਰ ਤੇ ਪੂਰੇ ਮੁਲਕ ਦੇ ਵਿੱਚੋਂ, ਚਾਹੇ ਉਹ MSP ਹੋਵੇ ਜਾਂ ਹੋਰ ਜਿਹੜੀਆਂ ਸਹੂਲਤਾਂ ਮਿਲਦੀਆਂ ਨੇ, ਉਹਨਾਂ ਨੂੰ ਖਤਮ ਕਰਨ ਦੇ ਲਈ ਲਿਆਂਦੇ ਗਏ ਕਾਨੂੰਨ ਸੀਗੇ। ਇਸੇ ਤਰ੍ਹਾਂ ਤੁਸੀਂ ਦੇਖੋਗੇ ਕਿ ਬਿਜਲੀ ਨੂੰ ਲੈ ਕੇ ਬਿਜਲੀ ਪ੍ਰਾਈਵੇਟਾਈਜੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਪਿਛਲੇ ਦਿਨਾਂ ਦੇ ਵਿੱਚ। ਉਹਨਾਂ ਨੇ ਕਿਹਾ ਕਿ ਮੀਟਰ ਅਸੀਂ ਜਿਹੜੇ ਨੇ ਉਹ ਦੂਸਰੇ ਤੁਹਾਨੂੰ ਵਰਤਣੇ ਪੈਣਗੇ, ਜਿਹੜੇ ਡਿਜੀਟਲ ਮੀਟਰ ਹੋਣਗੇ। ਸੋ ਕਹਿਣ ਦਾ ਮਤਲਬ ਹੈ ਕਿ ਬਿਜਲੀ ਤੁਹਾਡੀ ਜਿਹੜੀ ਹੈਗੀ ਹੈ ਉਹ ਪ੍ਰਾਈਵੇਟ ਹੱਥਾਂ 'ਚ ਚਲੀ ਜਾਣੀ ਹੈ। ਇਸੇ ਤਰ੍ਹਾਂ ਗੈਸ ਦੇ ਰੇਟ ਜਿਹੜੇ ਨੇ ਉਹ ਉਹਨਾਂ ਨੇ ਆਪਣੇ ਕੰਟਰੋਲ 'ਚ ਕੀਤੇ ਹੋਏ ਨੇ। ਪੈਟਰੋਲ ਡੀਜ਼ਲ ਦੇ ਜਿਹੜੇ ਰੇਟ ਨੇ ਉਹ ਹਰ ਰੋਜ਼ ਵੱਧਦੇ ਤੁਹਾਨੂੰ ਦਿਖਾਈ ਦੇਣਗੇ। ਸੋ ਕੁੱਲ ਮਿਲਾ ਕੇ ਕਹਿਣ ਦਾ ਮਤਲਬ ਹੈ ਕਿ ਚਾਹੇ ਆਰਥਿਕਤਾ ਹੋਵੇ ਪੰਜਾਬ ਦੀ, ਚਾਹੇ ਇੱਥੋਂ ਦੇ ਜਿਹੜਾ ਹੈਗਾ ਪ੍ਰਸ਼ਾਸਨਿਕ ਢਾਂਚਾ ਹੋਵੇ ਜਾਂ ਹੋਰ ਜਿਹੜੀਆਂ ਬੁਨਿਆਦੀ ਸਹੂਲਤਾਂ ਹੋਣ, ਉਹ ਸਾਰੀਆਂ ਕੇਂਦਰ ਸਰਕਾਰ, ਮੋਦੀ ਸਰਕਾਰ ਆਪਣੇ ਕੰਟਰੋਲ 'ਚ ਕਰਨਾ ਚਾਹੁੰਦੀ ਹੈ। ਉਹਨਾਂ ਨੂੰ ਸੈਂਟਰਲਾਈਜ਼ਡ ਕਰਨਾ ਚਾਹੁੰਦੀ ਹੈ। ਇੱਕ ਮੁਲਕ ਇੱਕ ਮੰਡੀ ਕਰਨਾ ਚਾਹੁੰਦੀ ਹੈ, ਇੱਕ ਮੁਲਕ ਇੱਕ ਭਾਸ਼ਾ ਕਰਨਾ ਚਾਹੁੰਦੀ ਹੈ, ਔਰ ਹਰ ਚੀਜ਼ ਨੂੰ ਉਹ ਆਪਣੇ ਅਧੀਨ ਕਰਕੇ ਪੰਜਾਬ ਦੇ ਵਿੱਚੋਂ ਉਹ ਚਾਹੁੰਦੀ ਹੈ ਕਿ ਇਹ ਲੋਕ ਜਿਹੜੇ ਨੇ ਕਿਉਂ ਸਾਡੇ ਵਿਰੁੱਧ ਬੋਲਦੇ ਨੇ, ਕਿਉਂ ਇਹ ਕਿਸਾਨ ਜਿਹੜੇ ਨੇ ਇੱਥੋਂ ਦੇ ਉਹ ਸਾਡੇ ਵਿਰੁੱਧ ਸੰਘਰਸ਼ ਕਰਦੇ ਨੇ। ਸੋ ਆਪਾਂ ਸਾਰੇ ਜਾਣਦੇ ਹਾਂ ਕਿ 28 ਜਿਹੜੇ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਕਿਸੇ ਵੇਲੇ ਬਣਾਇਆ ਗਿਆ ਸੀਗਾ, ਔਰ 28 ਪਿੰਡ ਅੱਜ ਜਿਹੜੇ ਨੇ ਉਹਨਾਂ ਦੇ ਕਿਸਾਨ, 28 ਪਿੰਡਾਂ ਦੇ ਅੱਜ ਉਹਨਾਂ ਪਿੰਡਾਂ ਦੇ ਲੋਕ ਜਿਹੜੇ ਨੇ ਉਹ ਤਰਾਹ ਕਰ ਰਹੇ ਨੇ। ਉਹਨਾਂ ਨੂੰ ਪ੍ਰੋਪਰ ਮੁਆਵਜ਼ਾ ਹਜੇ ਤੱਕ ਨਹੀਂ ਦਿੱਤਾ ਗਿਆ। ਪਰ ਦੂਜੇ ਪਾਸੇ ਜਦੋਂ ਅਸੀਂ ਸੈਂਟਰ ਸਰਕਾਰ ਦੀਆਂ ਨੀਤੀਆਂ ਦੇਖਦੇ ਹਾਂ ਤਾਂ ਨੀਤੀਆਂ ਇਹੀ ਨੇ ਕਿ ਪੰਜਾਬ ਦਾ ਜੋ ਚੰਡੀਗੜ੍ਹ ਦੇ ਨਾਲ ਇੱਕ ਨਾਤਾ ਸੀਗਾ ਕਿ 60-40 ਰੇਸ਼ੋ ਦੇ ਵਿੱਚ ਜਿਹੜਾ ਸੀਗਾ ਉਹ ਕਰਮਚਾਰੀਆਂ ਨੂੰ ਤੁਸੀਂ ਰੱਖ ਸਕਦੇ ਹੋ। ਸੋ ਉਹ ਜਿਹੜਾ ਨਾਤਾ ਹੈ ਉਹ ਵੀ ਖਤਮ ਕੀਤਾ ਜਾ ਰਿਹਾ ਹੈ। ਉਹ ਸੰਬੰਧ ਵੀ ਪੰਜਾਬ ਦਾ ਜਿਹੜਾ ਹੈਗਾ ਖਤਮ ਕੀਤਾ ਜਾ ਰਿਹਾ ਹੈ। ਉਹਦੇ ਉੱਤੇ ਵੀ ਕੇਂਦਰ ਸਰਕਾਰ ਜਿਹੜੀ ਹੈਗੀ ਹੈ ਉਹ ਕੰਟਰੋਲ ਕਰਨਾ ਚਾਹੁੰਦੀ ਹੈ। ਸੋ ਮੁਲਾਜ਼ਮਾਂ ਨੂੰ ਵੀ ਉਹਨਾਂ ਨੇ ਕਿਹਾ ਕਿ ਹੁਣ ਜਿਹੜਾ ਚੰਡੀਗੜ੍ਹ ਦਾ ਮੁਲਾਜ਼ਮ ਹੋਏਗਾ ਉਹ ਕੇਂਦਰ ਸਰਕਾਰ ਦੇ ਅੰਡਰ ਹੋਏਗਾ, ਨਾ ਕਿ ਪੰਜਾਬ ਸਰਕਾਰ ਦੇ ਅੰਡਰ। ਸੋ ਇਹ ਤਾਂ ਲੋਕਾਂ ਨੂੰ ਇੱਕ ਕਿਸਮ ਦਾ ਅਸਿੱਧੇ ਤੌਰ ਤੇ ਚੰਡੀਗੜ੍ਹ ਦੇ ਲੋਕਾਂ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ। ਔਰ ਇਹ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਸਾਡਾ ਫੈਡਰਲ ਢਾਂਚਾ ਹੈ ਔਰ ਜਿਹਦੇ ਵਿੱਚ ਜਿਹੜੀਆਂ ਸਟੇਟਾਂ ਨੇ ਉਹਨਾਂ ਨੂੰ ਬੁਨਿਆਦੀ ਅਧਿਕਾਰ ਦਿੱਤੇ ਗਏ ਨੇ, ਉਹਨਾਂ ਨੂੰ ਆਜ਼ਾਦੀ ਦਿੱਤੀ ਗਈ ਹੈ, ਉਹਨਾਂ ਨੂੰ ਆਪਣੇ ਕਰਮਚਾਰੀ ਰੱਖਣ ਦੀ ਆਜ਼ਾਦੀ ਹੈ, ਉਹਨਾਂ ਦੇ ਵੱਖਰੇ ਰੂਲਸ ਨੇ, ਪਰ ਹੌਲੀ ਹੌਲੀ ਇਹ ਰੂਲਸ ਜਿਹੜੇ ਨੇ ਉਹ ਖਤਮ ਕੀਤੇ ਜਾ ਰਹੇ ਨੇ। ਔਰ
ਕੱਲ ਜਿਹੜਾ ਹੈਗਾ ਬਕਾਇਦਾ ਤੌਰ ਤੇ ਕਈ ਦਿਨਾਂ ਤੋਂ ਜਿਹੜਾ ਇਹ ਨੋਟੀਫਿਕੇਸ਼ਨ ਜਾਰੀ ਹੋ ਰਹੇ ਨੇ ਔਰ ਕਿਹਾ ਜਾ ਰਿਹਾ ਕਿ ਅਸੀਂ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਸਾਰੀਆਂ ਚੀਜ਼ਾਂ ਕਰਨੀਆਂ ਨੇ। ਤਾਂ ਇੱਥੋਂ ਲੱਗਦਾ ਹੈ ਕਿ ਜੇਕਰ ਇਹ ਨੋਟੀਫਿਕੇਸ਼ਨ ਜਾਰੀ ਹੋ ਚੁੱਕੇ ਨੇ ਤਾਂ ਇਹਦੇ ਨਾਲ ਪੰਜਾਬ ਦੇ ਜਿਹੜੇ ਨੇ ਬੁਨਿਆਦੀ ਹੱਕ ਜਿਹੜੇ ਨੇ ਸੰਘੀ ਢਾਂਚੇ ਦੇ ਰਾਹੀਂ ਉਹਨੂੰ ਮਿਲੇ ਹੋਏ ਉਹ ਵੀ ਜਿਹੜੇ ਨੇ ਖਤਮ ਹੁੰਦੇ ਨਜ਼ਰ ਆਉਣਗੇ ਭੰਗੂ ਸਾਹਿਬ। ਜੀ ਡਾਕਟਰ ਸਾਹਿਬ, ਦੇਸ਼ ਪੱਧਰ ਦੇ ਅਸੀਂ ਫਿਰ ਹੱਲ ਕੀ ਦੇਖਦੇ ਹਾਂ? ਬੀਜੇਪੀ ਸਰਕਾਰ ਤਾਂ ਆਪਣੀ ਮਨਮਰਜ਼ੀ ਕਰਦੀ ਹੈ ਲਗਾਤਾਰ ਜੀ। ਜਿਵੇਂ ਮੈਂ ਜ਼ਿਕਰ ਕੀਤਾ ਸੀ ਓਪਨਿੰਗ ਦੇ ਵਿੱਚ ਕਿ ਲੋਕ ਸਭਾ ਦੇ ਵਿੱਚ ਤਾਂ ਬਹੁਮਤ ਹੈਗਾ ਐਨਡੀਏ ਕੋਲ, ਰਾਜ ਸਭਾ ਦੇ ਵਿੱਚ ਉਹ ਧੱਕਾ ਕਰਦੇ ਨੇ। ਜਦੋਂ 3 ਖੇਤੀ ਕਾਨੂੰਨ ਇਹ ਲੈ ਕੇ ਆਂਦੇ ਗਏ ਸੀ, ਆਰਡੀਨੈਂਸ ਤੋਂ ਕਾਨੂੰਨ ਬਦਲਦੇ ਰੂਪ ਦਿੱਤਾ ਸੀ ਕਾਨੂੰਨਾਂ ਦਾ, ਉਦੋਂ ਰਾਜ ਸਭਾ ਦੇ ਵਿੱਚ ਧੱਕੇ ਦੇ ਨਾਲ ਇਹ ਕਾਨੂੰਨ ਪਾਸ ਕਰ ਲਏ ਗਏ ਸੀ। ਤਾਂ ਫਿਰ ਵਿਰੋਧੀ ਧਿਰ ਨਹੀਂ ਹੈਗੀ ਦੇਸ਼ ਦੇ ਵਿੱਚ ਕੋਈ, ਇਸ ਕਰਕੇ ਲਗਾਤਾਰ ਮਨਮਰਜ਼ੀਆਂ ਕਰਦੀ ਹੈ। ਫਿਰ ਰੋਕਥਾਮ ਕੀ ਹੈ ਇਹਨਾਂ ਮਨਮਰਜ਼ੀਆਂ ਦੀ? ਦੇਖੋ, ਜਿੱਥੋਂ ਤੱਕ ਰੋਕਥਾਮ ਦਾ ਸਬੰਧ ਹੈ, ਰੋਕਥਾਮ ਤਾਂ ਸਿਰਫ ਸੰਘਰਸ਼ਾਂ ਦੇ ਵਿੱਚ ਪਈ ਹੈ। ਸੰਘਰਸ਼ ਕੌਣ ਕਰੇਗਾ? ਸੰਘਰਸ਼ ਵਿਰੋਧੀ ਧਿਰਾਂ ਨੇ ਕਰਨਾ ਹੁੰਦਾ ਹੈ। ਵਿਰੋਧੀ ਧਿਰ ਤੁਸੀਂ ਦੇਖ ਰਹੇ ਹੋ ਕਿ ਜਦੋਂ ਅਸੀਂ ਸੈਂਟਰਲ ਲੈਵਲ ਦੀ ਗੱਲ ਕਰਦੇ ਹਾਂ ਜਾਂ ਵੱਖ-ਵੱਖ ਸਟੇਟਾਂ ਦੀ ਗੱਲ ਕਰ ਰਹੇ ਹਾਂ, ਜਦੋਂ ਅਸੀਂ ਖਾਸ ਤੌਰ ਤੇ ਕਾਂਗਰਸ ਦੀ ਗੱਲ ਕਰਦੇ ਹਾਂ ਔਰ ਜਿਹੜੀ ਕਿ ਟੱਕਰ ਦੇ ਸਕਦੀ ਸੀਗੀ ਔਰ ਜਿਹਦੇ ਤੋਂ ਤਵੱਕੋ ਵੀ ਕੀਤੀ ਜਾਂਦੀ ਸੀ, ਪਰ ਕਾਂਗਰਸ ਜਿਹੜੀ ਹੈਗੀ ਇਸ ਵੇਲੇ ਖਿਲਰੀ ਹੋਈ ਨਜ਼ਰ ਆ ਰਹੀ ਹੈ। ਉਹ ਆਪਣਾ ਜਿਹੜਾ ਫਰਜ਼ ਹੈ ਉਹ ਅਦਾ ਕਰਦੀ ਨਜ਼ਰ ਨਹੀਂ ਆ ਰਹੀ, ਚਾਹੇ ਮਹਿੰਗਾਈ ਦਾ ਮੁੱਦਾ ਹੋਵੇ, ਚਾਹੇ ਸੰਘੀ ਢਾਂਚੇ ਨੂੰ ਖਤਮ ਕਰਨ ਦਾ ਮੁੱਦਾ ਹੋਵੇ। ਤੁਸੀਂ ਦੇਖਿਆ ਹੋਵੇਗਾ ਕਿ ਜਦੋਂ 370 ਦੀ ਧਾਰਾ ਜਿਹੜੀ ਹੈਗੀ ਖਤਮ ਕੀਤੀ ਗਈ ਕਸ਼ਮੀਰ ਦੇ ਵਿੱਚੋਂ, ਉਦੋਂ ਵੀ ਵਿਰੋਧੀ ਧਿਰਾਂ ਬਹੁਤੀਆਂ ਉਸ ਕਿਸਮ ਦੇ ਨਾਲ ਵਿਰੋਧ ਕਰਦੀਆਂ ਨਜ਼ਰ ਨਹੀਂ ਸੀ ਆ ਰਹੀਆਂ, ਕਿਉਂਕਿ ਵਿਰੋਧ ਉਹਨਾਂ ਨੇ ਖਤਮ ਹੀ ਕਰ ਦਿੱਤਾ ਸੀ। ਜਿਵੇਂ ਤੁਸੀਂ ਰਾਜ ਸਭਾ ਦੀ ਗੱਲ ਕੀਤੀ ਹੈ ਤਾਂ ਰਾਜ ਸਭਾ ਦੇ ਵਿੱਚ ਧੱਕੇ ਦੇ ਨਾਲ ਜਿਹੜੇ ਨੇ ਇੱਦਾਂ ਦੇ ਕਾਨੂੰਨ ਉਹ ਪਾਸ ਕਰਵਾਏ ਜਾਂਦੇ ਨੇ। ਸੋ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਕਿਉਂਕਿ ਜਿਹੜੀਆਂ ਵੱਖ-ਵੱਖ ਸਟੇਟਾਂ ਨੇ, ਜਿਹੜੀਆਂ ਰੀਜਨਲ ਪਾਰਟੀਆਂ ਨੇ, ਚਾਹੇ ਉਹ ਬੰਗਾਲ ਦੀ ਜਿਹੜੀ ਹੈਗੀ ਆ ਰੀਜਨਲ ਪਾਰਟੀ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ, ਜਾਂ ਹੋਰ ਜਿਹੜੀਆਂ ਕੇਰਲਾ ਦੀਆਂ ਜਾਂ ਦੱਖਣ ਦੀਆਂ ਜਿਹੜੀਆਂ ਰੀਜਨਲ ਪਾਰਟੀਆਂ ਨੇ, ਉਹ ਅਜੇ ਤੱਕ ਇੰਨੀ ਏਡੀ ਵੱਡੀ ਤਾਕਤ ਦੇ ਵਿੱਚ ਨਹੀਂ ਹੈਗੀਆਂ ਕਿ ਬੀਜੇਪੀ ਦਾ ਵੱਡੇ ਪੱਧਰ ਦੇ ਉੱਤੇ ਮੁਕਾਬਲਾ ਕਰ ਸਕਣ। ਹਾਂ, ਕੱਲ੍ਹ ਨੂੰ ਕੁਛ ਹੋ ਜੇ, ਹੌਲੀ-ਹੌਲੀ ਤਾਕਤ ਫੜ ਜਾਏ, ਉਹ ਇੱਕ ਵੱਖਰੀ ਗੱਲ ਹੈ। ਬਟ ਆਪਾਂ ਕਹਿ ਸਕਦੇ ਹਾਂ ਕਿ ਫਿਲਹਾਲ ਕੋਈ ਵਿਰੋਧੀ ਧਿਰ ਜਿਹੜੀ ਹੈਗੀ ਉਸ ਕਿਸਮ ਦੀ ਨਜ਼ਰ ਨਹੀਂ ਆ ਰਹੀ, ਜਿਹੜੀ ਕਿ ਇਹ ਜਿਹੜੇ ਕਾਨੂੰਨ ਕਾਲੇ ਲਾਗੂ ਕੀਤੇ ਜਾ ਰਹੇ ਨੇ ਔਰ ਨਵੀਆਂ ਚੀਜ਼ਾਂ ਲਿਆਂਦੀਆਂ ਜਾ ਰਹੀਆਂ ਨੇ। ਇਹ ਜਿਹੜਾ ਹੈਗਾ ਸੈਂਟਰਲਾਈਜ਼ਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੱਖ-ਵੱਖ ਕਾਨੂੰਨਾਂ ਨੂੰ, ਔਰ ਇਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਜਿੰਨੀ ਦੇਰ ਵਿਰੋਧੀ ਧਿਰਾਂ ਕਾਇਮ ਨਹੀਂ ਹੁੰਦੀਆਂ ਔਰ ਏਕਾ ਨਹੀਂ ਕਰਦੀਆਂ ਔਰ ਬੀਜੇਪੀ ਦੇ ਖਿਲਾਫ ਨਹੀਂ ਖੜਦੀਆਂ, ਤਾਂ ਉਨੀ ਦੇਰ ਇੱਦਾਂ ਦੇ ਕਾਨੂੰਨ ਜਿਹੜੇ ਨੇ ਉਹ ਇਸੇ ਤਰ੍ਹਾਂ ਹੀ ਲਿਆਂਦੇ ਜਾਣਗੇ ਬੀਜੇਪੀ ਦੇ ਰਾਹੀਂ। ਜੀ ਭੰਗੂ ਸਾਹਿਬ ਜੀ, ਜਿਵੇਂ ਡਾਕਟਰ ਸਾਹਿਬ ਆਮ ਆਦਮੀ ਪਾਰਟੀ ਦੀ ਸਰਕਾਰ ਨਵੀਂ ਬਣੀ ਹੈ ਪੰਜਾਬ ਦੇ ਵਿੱਚ, ਤੇ ਉਹਨਾਂ ਨੂੰ ਵੀ ਹੁਣ ਮੁਸ਼ਕਿਲ ਹੋਊਗੀ ਇਸ ਮਾਮਲੇ ਦੇ ਵਿੱਚ, ਕਿਉਂਕਿ ਇਹ ਤਾਂ ਕੇਂਦਰ ਅੜਿੱਕਾ ਡਾਰਿਆ ਨਾ ਉਹਨਾਂ ਦੇ ਰਾਜ ਕਰਨ ਦੇ ਜੋ ਨੀਤੀ ਹੈ, ਇੱਕਦਮ ਇਹ ਫੈਸਲਾ ਲੈ ਕੇ ਆਉਣਾ। ਤੇ ਉਸ ਤੋਂ ਬਾਅਦ ਭਗਵੰਤ ਸਿੰਘ ਮਾਨ ਗਏ ਸੀ ਕਿ ਸਾਨੂੰ 2 ਸਾਲ ਦੇ ਲਈ 50-50 ਹਜ਼ਾਰ ਕਰੋੜ ਦੇ ਪੈਕੇਜ ਦਿੱਤੇ ਜਾਣ। ਉਦੋਂ ਇਹ ਗੱਲ ਕਹਿ ਦੇਣੀ ਪ੍ਰਧਾਨ ਮੰਤਰੀ ਵੱਲੋਂ ਜਾਂ ਸੈਂਟਰ ਵੱਲੋਂ ਕਿ ਤੁਸੀਂ ਪਹਿਲਾਂ ਜੋ ਬਿਲਿੰਗ ਮੀਟਰ ਹੈ, ਜੋ ਪ੍ਰੀਪੇਡ ਮੀਟਰ ਹੈ, ਉਹ ਮੀਟਰ ਤੁਸੀਂ ਲਗਵਾਓ, ਉਸ ਤੋਂ ਬਾਅਦ ਅਸੀਂ ਤੁਹਾਨੂੰ ਫੰਡ ਦੇਵਾਂਗੇ। ਇਹ ਤਾਂ ਕੇਂਦਰ ਦਾ ਨੀਰਾ ਪੂਰਾ ਧੱਕਾ ਹੋ ਗਿਆ ਨਾ ਨਵੀਂ ਸਰਕਾਰ ਦੇ ਅੱਗੇ। ਜੀ, ਮੈਂ ਇਹੀ ਗੱਲ ਦੱਸਣ ਦੀ ਆਪਣੇ ਦਰਸ਼ਕਾਂ ਨੂੰ ਕੋਸ਼ਿਸ਼ ਕਰ ਰਿਹਾ ਕਿ ਕੇਂਦਰ ਜਿਹੜੀ ਸਰਕਾਰ ਹੈ, ਬੀਜੇਪੀ ਦੀ ਸਰਕਾਰ ਹੈ, ਉਹ ਇਸ ਵੇਲੇ ਬਹੁਤ ਧੱਕੇਸ਼ਾਹੀ ਦੇ ਉੱਤੇ ਉਤਰੀ ਹੋਈ ਹੈ। ਔਰ ਖਾਸ ਤੌਰ ਤੇ ਜਿਹੜੀਆਂ ਵੀ ਨਾਨ ਬੀਜੇਪੀ ਸਟੇਟਾਂ ਨੇ, ਜਿੱਥੇ ਵੀ ਨਾਨ ਬੀਜੇਪੀ ਸਰਕਾਰਾਂ ਨੇ, ਤੁਸੀਂ ਬੰਗਾਲ ਦੇਖ ਲਓ, ਤੁਸੀਂ ਪੰਜਾਬ ਦੇਖ ਲਓ, ਤੁਸੀਂ ਇੱਥੋਂ ਤੱਕ ਕਿ ਜਿਹੜੀਆਂ ਦੱਖਣ ਦੀਆਂ ਸਰਕਾਰਾਂ ਦੇਖ ਲਓ, ਉਹਨਾਂ ਦੇ ਨਾਲ ਦਰਾਇਤ ਕਰਦੀ ਨਜ਼ਰ ਆ ਰਹੀ ਹੈ। ਉਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਲਗਾਤਾਰ, ਇਹ ਨਹੀਂ ਕਿ ਨਵਾਂ ਇਹ ਡਿਸਕ੍ਰਿਮੀਨੇਸ਼ਨ ਹੈ, ਨਵੀਂ ਕੋਈ ਗੱਲ ਹੈ। ਲਗਾਤਾਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਹਨਾਂ ਸਟੇਟਾਂ ਦੇ ਵਿੱਚ ਸਾਡੀ ਕੋਈ ਦਾਲ ਨਹੀਂ ਗਲ ਰਹੀ, ਬੀਜੇਪੀ ਕੋਈ ਸੱਤਾ 'ਚ ਆਉਣ ਦੀਆਂ ਸੰਭਾਵਨਾਵਾਂ ਨਹੀਂ ਹੈਗੀਆਂ, ਫਿਰ ਉਹ ਇੱਦਾਂ ਦੀਆਂ ਗੱਲਾਂ ਕਰਦੀ ਹੈ। ਚਾਹੇ ਤੁਸੀਂ ਬੰਗਾਲ ਦੀ ਗੱਲ ਆਪਾਂ ਪਹਿਲਾਂ ਵੀ ਸਾਰੇ ਜਾਣਦੇ ਹਾਂ ਕਿ ਜਦੋਂ BSF ਨੂੰ ਹੋਰ ਅਧਿਕਾਰ ਦੇਣ ਦੀ ਗੱਲ ਆਈ ਸੀਗੀ ਕਿਸੇ ਵੇਲੇ, ਉਦੋਂ ਬੰਗਾਲ ਵੀ ਸ਼ਾਮਲ ਸੀਗਾ ਉਹਦੇ ਵਿੱਚ ਪੰਜਾਬ ਵੀ ਸ਼ਾਮਲ ਸੀਗਾ। ਸੋ ਉਦੋਂ ਵੀ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਔਰ ਬੰਗਾਲ ਦੇ ਨਾਲ ਜਾਂ ਬਾਕੀ ਸਟੇਟਾਂ ਦੇ ਨਾਲ ਧੱਕਾ ਹੋਇਆ ਸੀਗਾ। ਸੋ ਇਹ ਲਗਾਤਾਰ BBMBA ਦਾ ਮਸਲਾ ਜਿਹੜਾ ਹੈਗਾ ਉਹ ਵੀ ਤੁਸੀਂ ਦੇਖਿਆ ਹੋਵੇਗਾ, ਉਹਦੇ ਰਾਹੀਂ ਵੀ ਪੰਜਾਬ ਦੇ ਜਿਹੜੇ ਹੱਕ ਨੇ ਉਹ ਕੁਚਲੇ ਗਏ ਸੀਗੇ। ਸੋ ਕੁੱਲ ਮਿਲਾ ਕੇ ਜਦੋਂ ਅਸੀਂ ਲਗਾਤਾਰ ਤਾਂ ਦੇਖਦੇ ਹਾਂ ਤਾਂ ਵੱਖ-ਵੱਖ ਕਾਨੂੰਨਾਂ ਦੇ ਰਾਹੀਂ
ਤਾਂ ਇਹ ਕਾਨੂੰਨ ਜਿਹੜੇ ਨਵੇਂ ਲਿਆਂਦੇ ਜਾ ਰਹੇ ਨੇ, ਇਹ ਜਿਹੜੇ ਨੇ ਪੰਜਾਬ ਦੇ ਅਧਿਕਾਰਾਂ ਦੇ ਉੱਤੇ, ਪੰਜਾਬ ਦੇ ਹੱਕਾਂ ਦੇ ਉੱਤੇ ਵੱਡਾ ਡਾਕਾ ਇਸ ਵੇਲੇ ਬੀਜੇਪੀ ਮਾਰਦੀ ਨਜ਼ਰ ਆ ਰਹੀ ਹੈ ਪੰਗੂ ਸਾਹਿਬ। ਡਾਕਟਰ ਸਾਹਿਬ, ਐਂ ਲੱਗਦਾ ਕਿ ਪੰਜਾਬ ਨੂੰ ਖੇਤਰੀ ਪਾਰਟੀ ਦੀ ਲੋੜ ਹੈ, ਜਿਵੇਂ ਸ਼੍ਰੋਮਣੀ ਅਕਾਲੀ ਦਲ ਇੱਕ ਰੀਜਨਲ ਪਾਰਟੀ ਸੀ। ਲੱਗਦਾ ਨਹੀਂ ਕਿ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਦੇ ਲਈ ਪੰਜਾਬ ਦੇ ਕੁਝ ਲੋਕਾਂ ਦਾ ਸਮੂਹਿਕ ਇੱਕ ਕਹਿ ਸਕਦੇ ਹਾਂ ਕਿ ਆਪਾਂ ਗਰੁੱਪ ਦੇ ਵਿੱਚ ਜਾਂ ਪਾਰਟੀ ਦੇ ਰੂਪ ਦੇ ਸੰਗਠਨ ਦੇ ਰੂਪ ਦੇ ਵਿੱਚ ਕਿਸੇ ਵੀ ਤਰ੍ਹਾਂ ਖੜੇ ਹੋਣਾ ਜ਼ਰੂਰੀ ਹੈ ਕੇਂਦਰ ਸਰਕਾਰ ਦੇ ਖਿਲਾਫ, ਜੋ ਸਿਰਫ ਪੰਜਾਬ ਤੋਂ ਹੀ ਨਿਊਟਰਲ ਗੱਲ ਕਰੇ, ਤਰਜਮਾਨੀ ਪੰਜਾਬ ਦੀ ਹੀ ਕਰੇ। ਜੋ ਜੀ ਦੇਖੋ, ਇਸ ਵੇਲੇ ਹਰ ਸਟੇਟ ਦੇ ਲੋਕਾਂ ਨੂੰ ਲੋੜ ਹੈ ਕਿ ਉਹ ਬੀਜੇਪੀ ਦੀਆਂ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ, ਇਹਨਾਂ ਧੱਕੇਸ਼ਾਹੀਆਂ ਦੇ ਖਿਲਾਫ ਜਿਹੜਾ ਹੈਗਾ ਆਵਾਜ਼ ਉਠਾਉਣ। ਮੈਂ ਪੰਜਾਬ, ਕਿਉਂਕਿ ਇਕੱਲੇ ਪੰਜਾਬ ਨਾਲ ਨਹੀਂ ਸਰਨਾ ਕਿ ਮੰਨ ਲਓ ਇਕੱਲਾ ਪੰਜਾਬ ਬੀਜੇਪੀ ਦਾ ਕਿਵੇਂ ਮੁਕਾਬਲਾ ਕਰੇਗਾ। ਹਾਂ, ਤੁਹਾਨੂੰ ਸਾਰਿਆਂ ਨੂੰ ਇਕੱਠਾ ਹੋਣਾ ਪਏਗਾ, ਹਰਿਆਣੇ ਦੇ ਲੋਕਾਂ ਨੂੰ ਵੀ ਇਕੱਠਾ ਹੋਣਾ ਪਏਗਾ, ਯੂਪੀ ਵਾਲਿਆਂ ਨੂੰ ਇਕੱਠਾ ਹੋਣਾ ਪਏਗਾ, ਰਾਜਸਥਾਨ ਵਾਲਿਆਂ ਨੂੰ ਵੀ, ਦੱਖਣ ਵਾਲਿਆਂ ਨੂੰ ਵੀ, ਔਰ ਬੰਗਾਲੀਆਂ ਨੂੰ ਵੀ। ਯਾਨੀ ਕਿ ਕਹਿਣ ਦਾ ਮਤਲਬ ਹੈ ਕਿ ਇਹ ਨਹੀਂ ਹੋਏਗਾ ਕਿ ਇਕੱਲੇ ਪੰਜਾਬ ਜੇ ਵਿਰੋਧ ਕਰੇਗਾ ਤੇ ਉਹਦੇ ਨਾਲ ਹੀ ਇਹ ਕਾਲੇ ਕਾਨੂੰਨ ਜਿਹੜੇ ਨੇ ਉਹ ਲਾਗੂ ਨਹੀਂ ਹੋਣਗੇ। ਇਸ ਵੇਲੇ ਹਰ ਰੀਜਨਲ ਪਾਰਟੀ ਨੂੰ, ਚਾਹੇ ਉਹ ਕਿਸੇ ਵੀ ਸਟੇਟ ਦੀ ਹੈ, ਉਹਨੂੰ ਜਿਹੜਾ ਹੈਗਾ ਕਾਮਨ ਮਿਨੀਮਮ ਪ੍ਰੋਗਰਾਮ ਦੇ ਉੱਤੇ ਬੀਜੇਪੀ ਦੇ ਖਿਲਾਫ ਜਿਹੜਾ ਹੈਗਾ ਝੰਡਾ ਚੁੱਕਣਾ ਹੋਏਗਾ। ਜਿਵੇਂ 32 ਜਥੇਬੰਦੀਆਂ ਪਹਿਲਾਂ ਆਪਾਂ ਨੇ ਸਾਰਿਆਂ ਨੇ ਦੇਖਿਆ ਹੈ ਕਿ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਉਹਨਾਂ ਨੇ ਬਣਾ ਕੇ ਉਹ ਕੇਂਦਰ ਸਰਕਾਰ ਦੇ ਵਿਰੁੱਧ ਲੜੀਆਂ ਔਰ ਅਖੀਰ ਨੂੰ ਉਹਨਾਂ ਨੇ ਮੋਰਚਾ ਜਿੱਤਿਆ। ਉਸੇ ਤਰ੍ਹਾਂ ਦਾ ਜਿਹੜਾ ਹੈਗਾ ਮੋਰਚਾ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਖਾਸ ਤੌਰ ਤੇ ਜਿਹੜੀਆਂ ਨਾਨ ਬੀਜੇਪੀ ਸਰਕਾਰਾਂ ਜਿਹੜੀਆਂ ਸਟੇਟਾਂ ਦੇ ਵਿੱਚ ਹੈਗੀਆਂ ਨੇ, ਉਹਨਾਂ ਨੂੰ ਇਕੱਠੇ ਹੋਣਾ ਪਏਗਾ ਔਰ ਇਕੱਠੇ ਹੋ ਕੇ ਇੱਕ ਵੱਡਾ ਵਿਰੋਧ ਜਿਹੜਾ ਹੈਗਾ ਉਹ, ਚਾਹੇ ਉਹ ਮਹਿੰਗਾਈ ਹੈ, ਚਾਹੇ ਇੱਦਾਂ ਦੇ ਕਾਲੇ ਕਾਨੂੰਨ ਨੇ, ਚਾਹੇ ਕਿਸੇ ਵੀ ਸਟੇਟ ਦੇ ਨਾਲ ਜਦੋਂ ਧੱਕਾ ਹੁੰਦਾ ਤਾਂ ਉਹਨਾਂ ਨੂੰ ਇਕੱਠੇ ਹੋ ਕੇ ਇੱਕ ਗਰੁੱਪ ਬਣਾਉਣਾ ਚਾਹੀਦਾ ਹੈ ਨਾਨ ਬੀਜੇਪੀ ਵਾਲੀਆਂ ਸਟੇਟਾਂ ਨੂੰ, ਔਰ ਉਹ ਸਾਰੀਆਂ ਇਕੱਠੇ ਹੋ ਕੇ ਬੀਜੇਪੀ ਦੇ ਖਿਲਾਫ 24 ਦੇ ਵਿੱਚ ਮੋਰਚਾ ਖੋਲ੍ਹਣ, ਤਾਂ ਕਿ ਕੋਈ ਜਿਹੜਾ ਹੈਗਾ ਲੋਕਾਂ ਨੂੰ ਠੱਲ ਪੈ ਸਕੇ, ਲੋਕਾਂ ਨੂੰ ਕੋਈ ਉਹਨਾਂ ਦਾ ਹੱਕ ਮਿਲ ਸਕਣ, ਉਹਨਾਂ ਨੂੰ ਨਿਆਂ ਮਿਲ ਸਕੇ। ਇੱਦਾਂ ਦੀਆਂ ਜੇ ਆਪਾਂ ਕਰਾਂਗੇ ਕੋਸ਼ਿਸ਼, ਵੱਖ-ਵੱਖ ਸਟੇਟਾਂ ਮਿਲ ਕੇ ਕਰਨਗੀਆਂ, ਤਾਂ ਕਿਤੇ ਨਾ ਕਿਤੇ ਜਾ ਕੇ ਕੋਈ ਹੱਲ ਹੋਣ ਦੀ ਸੰਭਾਵਨਾ ਹੈ। ਹਾਂ, ਜਿਸ ਤੱਕ ਇੱਕ ਸਿੰਗਲ ਸਟੇਟ ਦਾ ਸੰਬੰਧ ਹੈ, ਸਿੰਗਲ ਸਟੇਟ ਨੂੰ ਐਡੀ ਵੱਡੀ ਸਰਕਾਰ ਜਿਹੜੀ ਹੈਗੀ ਹੈ ਕੁਝ ਨਹੀਂ ਸਮਝਦੀ, ਔਰ ਮੈਨੂੰ ਲੱਗਦਾ ਹੈ ਕਿ ਬਾਕੀ ਸਟੇਟਾਂ ਨੂੰ ਨਾਲ ਲੈ ਕੇ ਤੁਹਾਨੂੰ ਜਿਹੜਾ ਹੈਗਾ ਲੜਨਾ ਪਏਗਾ ਔਰ ਆਖਰ ਨੂੰ ਜਿੱਤ ਹਾਸਲ ਕਰਨੀ ਹੋਏਗੀ, ਸੰਘਰਸ਼ ਕਰਨਾ ਪਏਗਾ ਪੰਗੂ ਸਾਹਿਬ। ਜੀ ਡਾਕਟਰ ਸਾਹਿਬ, ਕੇਂਦਰ ਲੈਵਲ ਦੇ ਉੱਤੇ ਜੋ ਗਾਂਧੀ ਪਰਿਵਾਰ ਹੈ ਉਹ ਉਸ ਮਜ਼ਬੂਤੀ ਦੇ ਨਾਲ ਖੜਾ ਨਹੀਂ ਹੋ ਪਾ ਰਿਹਾ। ਦੂਜੇ ਪਾਸੇ ਨਰਿੰਦਰ ਮੋਦੀ ਦੇ ਬਦਲਦੇ ਰੂਪ ਦੇ ਵਿੱਚ, ਉਹਨਾਂ ਦਾ ਮੁਕਾਬਲੇ ਦੇ ਰੂਪ ਦੇ ਵਿੱਚ ਮਮਤਾ ਬੈਨਰਜੀ ਨੂੰ ਦੇਖਿਆ ਜਾ ਰਿਹਾ ਕਿ ਜੇਕਰ ਉਹ ਅੱਗੇ ਆ ਜਾਣ ਦੇਸ਼ ਪੱਧਰ ਦੇ ਉੱਤੇ, ਤਾਂ ਹੋ ਸਕਦਾ ਕਿ ਬੀਜੇਪੀ ਦੇ ਉੱਤੇ ਕੰਮਾਂ ਦੇ ਉੱਤੇ ਉਹ ਇੱਕ ਨਿਗਾਹ, ਜਿਵੇਂ ਆਪਾਂ ਕਹਿੰਦੇ ਨਹੀਂ ਹੈਗੇ ਕਿ ਇੱਕ ਤਾਂ ਹੁੰਦਾ ਕਿ ਨਾਲ ਮਿਲ ਕੇ ਚੱਲਣਾ, ਜਿਵੇਂ ਆਪਣੇ ਪੰਜਾਬ ਦੇ ਲੀਡਰ ਕਰਦੇ ਆਏ ਨੇ, ਪੰਜਾਬ ਦੇ ਹੱਕਾਂ ਨੂੰ ਉਹ ਕੇਂਦਰ ਕੋਲ ਰੱਖੇ ਆਉਂਦੇ ਨੇ, ਉਹਨਾਂ ਕੋਲ ਕੁਰਸੀਆਂ ਲੈ ਆਉਂਦੇ ਨੇ, ਤਾਂ ਮਮਤਾ ਬੈਨਰਜੀ ਇੱਕ ਇਹੋ ਜਿਹਾ ਫੇਸ ਦੇਖਿਆ ਜਾਂਦਾ ਕਿ ਜੋ ਟੱਕਰ ਦੇ ਸਕਦੇ ਨੇ। ਹੁਣ ਕਹਿੰਦੇ ਨੇ ਕਿ ਮਮਤਾ ਬੈਨਰਜੀ ਜੇਕਰ ਹੋਣ ਤਾਂ ਰਾਹੁਲ ਗਾਂਧੀ, ਪ੍ਰਿਯੰਕਾ ਸੋਨੀਆ ਨਾਲੋਂ ਉਹ ਜ਼ਿਆਦਾ ਸਾਬਤ ਹੋਣਗੇ ਦੇਸ਼ ਲਈ। ਜੀ ਦੇਖੋ, ਜਿੱਥੋਂ ਤੱਕ ਕਾਂਗਰਸ ਦਾ ਸੰਬੰਧ ਹੈ ਔਰ ਕਾਂਗਰਸ ਦੀ ਜਿਹੜੀ ਹਾਈ ਕਮਾਂਡ ਹੈ ਇਸ ਵੇਲੇ, ਜਿਹਦੇ ਵਿੱਚ ਸੋਨੀਆ ਜੀ ਸ਼ਾਮਲ ਨੇ, ਰਾਹੁਲ ਜੀ ਸ਼ਾਮਲ ਨੇ, ਪ੍ਰਿਯੰਕਾ ਗਾਂਧੀ ਜੀ ਸ਼ਾਮਲ ਨੇ, ਉਹਨਾਂ ਦੇ ਮੈਨੂੰ ਲੱਗਦਾ ਹੈ ਕਿ ਉਹ ਇਸ ਵੇਲੇ ਬਸ ਦੀ ਗੱਲ ਨਹੀਂ ਰਹੀ। ਤੁਸੀਂ ਯੂਪੀ ਦੇ ਵਿੱਚ ਹਾਲ ਦੇਖ ਹੀ ਲਿਆ ਕਿ ਯੂਪੀ ਦੇ ਵਿੱਚ ਪ੍ਰਿਯੰਕਾ ਜੀ ਨੇ ਲਗਾਤਾਰ ਕੋਸ਼ਿਸ਼ ਕੀਤੀ ਕਿ ਸ਼ਾਇਦ ਅਸੀਂ ਥੋੜ੍ਹੀਆਂ ਬਹੁਤ ਸੀਟਾਂ ਜਿੱਤ ਜਾਵਾਂਗੇ, ਪਰ ਉੱਥੇ ਕੀ ਹੈ ਕਿ ਉੱਥੇ ਬਹੁਤ ਬੁਰਾ ਹਾਲ ਹੋਇਆ ਕਾਂਗਰਸ ਦਾ। ਕਿਉਂ ਹੋਇਆ? ਕਿਉਂਕਿ ਕਾਂਗਰਸ ਇਸ ਵੇਲੇ ਇੱਦਾਂ ਦੀ ਦਿਖਾਈ ਦੇ ਰਹੀ ਹੈ ਕਿਉਂਕਿ ਲੋਕਾਂ ਦੀਆਂ ਪ੍ਰੋਬਲਮਸ ਨੇ ਜਿਹੜੀਆਂ ਇਸ ਵੇਲੇ, ਜਿਹਦੇ ਵਿੱਚ ਐਜੂਕੇਸ਼ਨ ਦਾ ਮਸਲਾ ਹੈ, ਹੈਲਥ ਦਾ ਮਸਲਾ ਹੈ, ਬੁਨਿਆਦੀ ਸਹੂਲਤਾਂ ਨੇ ਜੋ ਲੋਕਾਂ ਨੂੰ ਉਹ ਦੇਣ ਦਾ ਮਸਲਾ ਹੈ, ਉਹਦੇ ਤੋਂ ਕਿਤੇ ਨਾ ਕਿਤੇ ਟੁੱਟੀ ਹੋਈ ਨਜ਼ਰ ਆ ਰਹੀ ਹੈ ਪਿਛਲੇ ਲੰਮੇ ਸਮੇਂ ਤੋਂ। ਔਰ ਨਤੀਜਾ ਕੀ ਨਿਕਲ ਰਿਹਾ? ਨਤੀਜਾ ਲੋਕ ਇਸ ਵੇਲੇ ਕਾਂਗਰਸ ਦੀ ਬਜਾਏ ਬਾਕੀ ਪਾਰਟੀਆਂ ਵੱਲ ਖਿਸਕਦੇ ਨਜ਼ਰ ਆ ਰਹੇ ਨੇ, ਔਰ ਕਾਂਗਰਸ ਦੀ ਜਿਹੜੀ ਆਪਸੀ ਖਾਨਾ ਜੰਗੀ ਹੈ ਉਹ ਬਹੁਤ ਵੱਡਾ ਨੁਕਸਾਨ ਪਹੁੰਚਾ ਰਹੀ ਹੈ। ਜੋ ਕਾਂਗਰਸੀ ਅਨੁਸ਼ਾਸਨਹੀਨਤਾ ਹੈ ਉਹ ਬਹੁਤ ਵੱਡਾ ਨੁਕਸਾਨ ਪਹੁੰਚਾ ਰਹੀ ਹੈ। ਤਾਂ ਕੁੱਲ ਮਿਲਾ ਕੇ ਕਾਂਗਰਸ ਜਿਹੜੀ ਹੈਗੀ ਹੈ ਉਹ ਬੀਜੇਪੀ ਨੂੰ ਟੱਕਰ ਦੇਣ ਦੇ ਯੋਗ ਇਸ ਵੇਲੇ ਨਹੀਂ ਦਿਖਾਈ ਦੇ ਰਹੀ। ਕਾਂਗਰਸ ਤੋਂ ਬਿਨਾਂ, ਜਿਵੇਂ ਤੁਸੀਂ ਕਿਹਾ ਹੈ ਕਿ ਚਾਹੇ ਉਹ ਮਮਤਾ ਜੀ ਹੋਣ ਜਾਂ ਫਿਰ ਜਿਹੜੀਆਂ ਮੈਂ ਨਾਨ ਬੀਜੇਪੀ ਵਾਲੀਆਂ ਸਰਕਾਰਾਂ ਕਹਿ ਰਹੇ ਹਾਂ ਵੱਖ-ਵੱਖ ਸਟੇਟਾਂ ਦੀਆਂ, ਜੇਕਰ ਉਹ ਇਕੱਠੇ ਮਿਲ ਕੇ ਕੋਈ ਉਹਦੇ ਵਿੱਚੋਂ ਆਪਣਾ ਨੇਤਾ ਚੁਣ ਲੈਂਦੀਆਂ ਨੇ, ਚਾਹੇ ਮਮਤਾ ਜੀ ਨੂੰ ਚੁਣਨ, ਚਾਹੇ ਹੋਰ ਕਿਸੇ ਵੱਡੇ ਨੇਤਾ ਨੂੰ ਆਪਣੇ ਨੂੰ ਚੁਣ ਸਕਦੀਆਂ ਨੇ, ਔਰ ਕਾਮਨ ਮਿਨੀਮਮ ਪ੍ਰੋਗਰਾਮ ਦੇ ਉੱਤੇ ਇਕੱਠੀਆਂ ਹੋ ਕੇ ਬੀਜੇਪੀ ਦੇ ਖਿਲਾਫ ਇੱਕ ਸੰਘਰਸ਼ ਕਰ ਸਕਦੀਆਂ ਨੇ, ਸੋ ਫਿਰ ਤਾਂ ਜਿਹੜੀ ਹੈਗੀਆਂ ਸੰਭਾਵਨਾਵਾਂ ਨਜ਼ਰ ਆਉਂਦੀਆਂ ਨੇ। ਪਰ ਜਿੱਥੋਂ ਤੱਕ ਕਾਂਗਰਸ ਦਾ ਸੰਬੰਧ ਹੈ, ਕਾਂਗਰਸ ਕੋਈ ਇੱਦਾਂ ਦੀ ਤਾਕਤ ਇਸ ਵੇਲੇ ਨਹੀਂ ਨਜ਼ਰ ਆ ਰਹੀ ਜਿਹੜੀ ਬੀਜੇਪੀ ਦੀ ਏਡੀ ਵੱਡੀ ਸ਼ਕਤੀ ਦਾ ਇਕੱਲਿਆਂ ਰਹਿ ਕੇ ਜਿਹੜੀ ਹੈਗੀ ਹੈ
ਉਹ ਮੁਕਾਬਲਾ ਕਰ ਸਕੇ। ਹਾਂ, ਇਹਨਾਂ ਪਾਰਟੀਆਂ ਦੇ ਨਾਲ ਕਾਂਗਰਸ ਨੂੰ ਵੀ ਜੇ ਰਲਾ ਲਿਆ ਜਾਵੇ ਤਾਂ ਮੈਨੂੰ ਲੱਗਦਾ ਹੈ ਕਿ ਜਿਹੜਾ ਮੋਰਚਾ ਬਣੇਗਾ ਐਂਟੀ ਬੀਜੇਪੀ, ਉਹ ਇੱਕ ਵੱਡਾ ਜਿਹੜਾ ਹੈਗਾ ਵੱਡਾ ਮੋਰਚਾ ਬਣ ਸਕਦਾ ਹੈ ਔਰ ਫਿਰ ਤਾਂ ਕੋਈ ਸੰਭਾਵਨਾਵਾਂ ਹੋ ਸਕਦੀਆਂ ਨੇ। ਪਰ ਕੱਲਿਆਂ ਲੜ ਕੇ ਜਿਹੜਾ ਹੈਗਾ ਉਹਦੇ ਵਿੱਚ ਬਹੁਤੀਆਂ ਸੰਭਾਵਨਾਵਾਂ ਨਹੀਂ ਨਜ਼ਰ ਆ ਸਕਦੀਆਂ। ਸਾਰੀਆਂ ਐਂਟੀ ਬੀਜੇਪੀ ਪਾਰਟੀਆਂ ਨੂੰ ਇਕੱਠੇ ਹੋ ਕੇ ਹੀ ਲੜਨਾ ਪਏਗਾ। ਭੰਗੂ ਸਾਹਿਬ, ਡਾਕਟਰ ਸਾਹਿਬ, ਦੇਸ਼ ਦੇ ਵਿੱਚ ਇੱਕ ਤਰਫੀ ਸੱਤਾ ਹੋਣਾ ਜੀ ਤੇ ਵਿਰੋਧੀ ਧਿਰ ਦਾ ਖਤਮ ਹੋ ਜਾਣਾ ਚਿੰਤਾਜਨਕ ਹੈ ਦੇਸ਼ ਵਾਸੀਆਂ ਦੇ ਲਈ। ਬਿਲਕੁਲ ਬਹੁਤ ਵੱਡਾ, ਕਿਉਂਕਿ ਜਿਹੜੀ ਵੀ ਕਿਸੇ ਵੀ ਮੁਲਕ ਦੀ ਡੈਮੋਕ੍ਰੇਸੀ ਜਿਹੜਾ ਲੋਕਤੰਤਰ ਹੁੰਦਾ ਹੈ, ਜਿੰਨੀ ਦੇਰ ਉਸ ਮੁਲਕ ਦੇ ਵਿੱਚ ਜਿਹੜੀ ਵਿਰੋਧੀ ਧਿਰ ਹੈ ਉਹ ਕਾਮਯਾਬ ਤਾਂ ਹੀ ਹੋ ਸਕਦੀ ਹੈ ਜੇਕਰ ਉਹ ਤਾਕਤਵਰ ਨਹੀਂ ਹੈ। ਜੇਕਰ ਵਿਰੋਧੀ ਧਿਰ ਤਾਕਤਵਰ ਨਹੀਂ ਰਹੇਗੀ ਤਾਂ ਤੁਹਾਡਾ ਜਿਹੜਾ ਲੋਕਤੰਤਰ ਹੈ ਉਹ ਵੀ ਜਿਹੜਾ ਹੈਗਾ ਉਹ ਅਸਰ ਉਸ ਦਾ ਉਹਨਾਂ ਨਹੀਂ ਹੋਏਗਾ। ਸੋ ਉਹਦਾ ਫਾਇਦਾ ਆਪਾਂ ਨੇ ਸਾਰਿਆਂ ਨੇ ਦੇਖਿਆ ਹੈ ਕਿ ਬੀਜੇਪੀ ਨੂੰ ਮਿਲ ਰਿਹਾ ਹੈ ਔਰ ਬੀਜੇਪੀ ਇਸੇ ਕਰਕੇ ਨਵੇਂ ਤੋਂ ਨਵੇਂ ਕਾਨੂੰਨ ਲੈ ਕੇ ਆ ਰਹੀ ਹੈ, ਨਵੇਂ ਤੋਂ ਨਵੇਂ ਉਹ ਜਿਹੜੇ ਬੰਦਸ਼ਾਂ ਲਾ ਰਹੀ ਹੈ ਔਰ ਇਸ ਕਿਸਮ ਦਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਹੈ ਤਾਂ ਕਿ ਪੂਰੇ ਭਾਰਤ ਦਾ ਏਕੀਕਰਨ ਹੋ ਜਾਏ ਔਰ ਇੱਕੋ ਰੰਗ ਦੇ ਵਿੱਚ ਭਾਰਤ ਨੂੰ ਰੰਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਇਹ ਸਾਰਾ ਜੇਕਰ ਹੁੰਦਾ ਹੈ ਤਾਂ ਇਹਦੇ ਨਾਲ ਪੂਰੇ ਭਾਰਤ ਦੇ ਸੰਵਿਧਾਨ ਨੂੰ ਵੀ ਖਤਰਾ ਹੈ ਔਰ ਭਾਰਤ ਦੇ ਜਿਹੜੇ ਨੇ ਹੋਰ ਵੀ ਜਿਹੜੇ ਵੱਖਰੇ ਕਲਚਰ ਤੌਰ ਤੇ ਭਾਸ਼ਾਵਾਂ ਦੇ ਤੌਰ ਤੇ ਜੋ ਵੱਖਰਤਾਵਾਂ ਨੇ ਉਹਨਾਂ ਨੂੰ ਵੀ ਆਪਾਂ ਖਤਰਾ ਕਹਿ ਸਕਦੇ ਹਾਂ। ਔਰ ਇਸ ਵੇਲੇ ਲੋੜ ਹੈ ਕਿ ਵਿਰੋਧੀ ਧਿਰਾਂ ਇਕੱਠੀਆਂ ਹੋਣ ਔਰ ਇਕੱਠੀਆਂ ਹੋ ਕੇ ਇਸ ਏਕੀਕਰਨ ਦੇ ਉਹਨਾਂ ਦੇ ਵਿਰੋਧ ਦੇ ਵਿੱਚ ਆਪਣਾ ਸੰਘਰਸ਼ ਤੇਜ਼ ਕਰਨ, ਫਿਰ ਹੀ ਜਿਹੜਾ ਹੈਗਾ ਵੱਡਾ ਮੁਕਾਬਲਾ ਕੀਤਾ ਜਾ ਸਕਦਾ ਹੈ। ਭੰਗੂ ਸਾਹਿਬ, ਪਰ ਭਾਜਪਾ ਤਾਂ ਇਸ ਵੰਨ-ਸੁਵੰਨਤਾ ਨੂੰ ਦੱਬਣ ਤੇ ਤੁਲੀ ਹੋਈ ਹੈ ਡਾਕਟਰ ਸਾਹਿਬ। ਬਿਲਕੁਲ ਇਹੀ ਮੈਂ ਕਹਿ ਰਿਹਾ ਕਿ ਜਿਹੜੀ ਸਾਡੀ ਵੰਨ-ਸੁਵੰਨਤਾ ਹੈ, ਜਿਹੜੀ ਚਾਹੇ ਉਹ ਭਾਸ਼ਾਈ ਵੰਨ-ਸੁਵੰਨਤਾ ਹੋਵੇ, ਸੱਭਿਆਚਾਰਕ ਵੰਨ-ਸੁਵੰਨਤਾ ਹੋਵੇ ਜਾਂ ਨਸਲੀ ਵੰਨ-ਸੁਵੰਨਤਾ ਹੋਵੇ, ਉਸ ਵੰਨ-ਸੁਵੰਨਤਾ ਦਾ ਕਾਇਮ ਰਹਿਣਾ ਬਹੁਤ ਹੀ ਜ਼ਰੂਰੀ ਹੈ। ਔਰ ਭਾਜਪਾ ਪਿਛਲੇ ਲੰਬੇ ਸਮੇਂ ਤੋਂ, ਜਿਵੇਂ ਮੈਂ ਪਹਿਲਾਂ ਵੀ ਕਿਹਾ, ਇਹਦੀ ਕੋਸ਼ਿਸ਼ ਹੈ ਕਿ ਏਕੀਕਰਨ ਉਹਦਾ ਕੀਤਾ ਜਾਏ, ਵੰਨ-ਸੁਵੰਨਤਾ ਨੂੰ ਖਤਮ ਕੀਤਾ ਜਾਏ ਔਰ ਉਸ ਗੁਲਦਸਤੇ ਨੂੰ ਖਤਮ ਕੀਤਾ ਜਾਏ, ਇੱਕੋ ਰੰਗ ਦੇ ਫੁੱਲਾਂ ਨੂੰ ਲਿਆਂਦਾ ਜਾਏ। ਪਰ ਮੈਂ ਇਹ ਕਹਾਂਗਾ ਕਿ ਭਾਰਤ ਜਿਹੜਾ ਹੈਗਾ ਇੰਨਾ ਕਮਜ਼ੋਰ ਮੁਲਕ ਨਹੀਂ ਹੈ, ਇੰਨਾ ਮਤਲਬ ਮਾੜਾ ਮੁਲਕ ਨਹੀਂ ਹੈ, ਇੰਨਾ ਸਾਡਾ ਸੰਵਿਧਾਨ ਮਾੜਾ ਜਾਂ ਕਮਜ਼ੋਰ ਨਹੀਂ ਹੈ ਕਿ ਉਹ ਭਾਜਪਾ ਵੱਲੋਂ ਉਹਨੂੰ ਸਾਰੇ ਨੂੰ ਉਲਟਾ ਦਿੱਤਾ ਜਾਏ, ਉਹਨੂੰ ਖਤਮ ਕਰ ਦਿੱਤਾ ਜਾਏ। ਜ਼ਰੂਰ ਜਿਹੜੇ ਨੇ ਭਾਰਤ ਦੇ ਲੋਕ, ਪੰਜਾਬ ਦੇ ਜਾਂ ਪੂਰੇ ਵੱਖ-ਵੱਖ ਸਟੇਟਾਂ ਦੇ ਲੋਕ ਜ਼ਰੂਰ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਦੇ ਵਿੱਚ ਖੜੇ ਵੀ ਹੋਣਗੇ ਔਰ ਸੰਘਰਸ਼ ਵੀ ਕਰਨਗੇ ਔਰ ਅਖੀਰ ਨੂੰ ਜਿਵੇਂ ਪਹਿਲਾਂ ਜਿੱਤਿਆ ਸੀ ਉਹਨਾਂ ਨੇ, ਜਿਵੇਂ ਕਿਸਾਨਾਂ ਨੇ ਜਿੱਤਿਆ, ਉਸੇ ਤਰ੍ਹਾਂ ਦੇ ਹੌਲੀ-ਹੌਲੀ ਲੋਕ ਜਿਹੜੇ ਨੇ ਉਹ ਚੇਤਨ ਹੋ ਰਹੇ ਨੇ ਔਰ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਜਿਹੜੇ ਨੇ ਉਹ ਜ਼ਰੂਰ ਅਖੀਰ ਨੂੰ ਜਿੱਤ ਪ੍ਰਾਪਤ ਕਰਨਗੇ। ਜੀ ਭੰਗੂ ਸਾਹਿਬ। ਜੀ ਡਾਕਟਰ ਸਾਹਿਬ, ਬਹੁਤ-ਬਹੁਤ ਸ਼ੁਕਰੀਆ, ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਧੰਨਵਾਦ, ਮਿਹਰਬਾਨੀ, ਸ਼ੁਕਰੀਆ। ਵਾਕਫੀ ਤੁਸੀਂ ਸਾਰੀ ਗੱਲ ਬਿਆਨ ਕੀਤੀ ਜੀ। ਦੋਸਤੋ, ਸਾਡੇ ਨਾਲ ਬਣੇ ਹੋਏ ਸੀ ਸਿਆਸੀ ਮਾਹਿਰ ਡਾਕਟਰ ਭੀਮਿੰਦਰ ਸਿੰਘ। ਡਾਕਟਰ ਸਾਹਿਬ ਨਾਲ ਅਸੀਂ ਅੱਜ ਕੇਂਦਰ ਸਰਕਾਰ ਨੇ ਜੋ ਨਵਾਂ ਹਮਲਾ ਬੁੱਲਿਆ ਪੰਜਾਬ ਦੇ ਉੱਤੇ, ਚੰਡੀਗੜ੍ਹ ਦੇ ਵਿੱਚ ਉਹ ਆਪਣੀ ਸੱਤਾ ਕਾਇਮ ਕਰਨਾ ਚਾਹੁੰਦੇ। ਹਾਲਾਂਕਿ ਚੰਡੀਗੜ੍ਹ ਯੂਟੀ ਹੈ, ਪਰ ਜਿੰਨਾ ਸਰਦਾਪੁਰ ਦਾ ਆਧਾਰ ਹੈ ਪੰਜਾਬ ਦਾ ਚੰਡੀਗੜ੍ਹ ਦੇ ਵਿੱਚ, ਉਹਨੂੰ ਵੀ ਕੇਂਦਰ ਸਰਕਾਰ ਖਤਮ ਕਰਨਾ ਚਾਹੁੰਦੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਵਾਲਾ ਹੋਊਗਾ ਕਿ ਕੇਂਦਰ ਸਰਕਾਰ ਦਾ ਹੋਰ ਹਮਲਾ ਹੋਊਗਾ ਕੋਈ ਕਿਸ ਰੂਪ ਦੇ ਵਿੱਚ ਹੋਊਗਾ। ਅਸੀਂ ਲਗਾਤਾਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕਰਾਣ ਚੈਨਲ ਪੰਜਾਬੀ ਤੇ। ਧੰਨਵਾਦ।